फौजी साहब साबका सरपंच इहदा मुंडा देखो हाल करे इन्होंने घरे बढ़ के ठीक है चाड़ दिया मैं फेसबुक ते धोखा होया इन्होंने कुट मार की जुत्तियां पा के मुंडे के मूँह के विच कुटिया उन्हीं रात के 1 बजे जे अपने 7:52 हो गई किसी असूल के नाल ये कुट मार कर सकते मूँह के विच जुत्तियां पा के इन्हां ते सख्त तो सख्त SHO ਸਰਜੀਤ ਸਿੰਘ ਮੰਗੜ ਦੀ ਤਾਂ ਬਦਲੀ ਕਰਾਤੀ SSP ਸਾਹਿਬ ਨੇ ਇਹਨਾਂ ਦੇ ਅਸੀਂ ਧੰਨਵਾਦ ਹੈ ਇਹਨਾਂ ਨੇ ਸਾਡੀ ਇੰਨੀ ਕੁ ਸੁਣੀ ਪਰ ਸਾਨੂੰ ਕੁਝ ਮੁਲਾਜ਼ਮ ਹਜੇ ਵੀ ਹੈਗੇ ਨੇ ਜੋ ਸਾਨੂੰ ਹੈਰਾਨ ਕਰ ਰਹੇ ਨੇ ਪਰੇਸ਼ਾਨ ਕਰ ਰਹੇ ਨੇ ਕੀ ਮਾਮਲਾ ਤੁਹਾਡਾ ਇੱਥੇ ਬਸ ਸਾਡਾ ਲੜਾਈ ਝਗੜੇ ਦਾ ਮਾਮਲਾ ਹੈ ਇਹ ਮੇਰੇ ਘਰ ਵਾਲੇ ਨੇ ਕੁੱਟਮਾਰ ਕੀਤੀ ਹੈ सर मैं यही कहना चाहती हाँ कि जिन्होंने मैंने 100% हैडी कैप जिन्हें माँ के जन्म तो लैके अज तक अपने पैरों पर खड़े होकर नहीं देखा उस इंसान को दुखी करते पे आ तो किसी होर गरीब को की बख्शने। बाकी सर मेरी एक गुजारिश होर है कि जी मेरी विरोधी धिर आ मेरे घर दे ही आ जे मैंने कोई चकदा थलदा आ मेरे कोई घर मेरी हैल्प करता तो ये गलत एलीगेशन लाते आ किरपा करके सुनवाई की जाए इन्हों के कानूनी कार्रवाई ताकि किसी गरीब को तंग ना करन इन्हों ये एहसास हो जाए कि किसी गरीब की जो लत्तां तो अंगहीना इंसान तुर नहीं सकता दुनिया नहीं उन्हें देखी उन्होंने दुखी क्यों करते हैं। बाकी पुलिस से भी जो कानूनी कार्रवाई करती ताकि क्योंकि हरियाणा थाना की पुलिस बहुत गंदी है उत्थे कोई भी साड़ी सुनता नहीं है तो बाकी कभी कहते भी नशिया का केस पा देना कभी कहते चिट्टे का असीं सर चिट्टा कभी देखा भी है नहीं दिहाड़ीदार असीं बंदे हाँ उही असीं कमाउणा उही खाना सानूं इन्ना खज्जल खुआर कीता सानूं 1.5-2 महीने हो गए सानूं इसे चक्कर च घूम गया। ਮਾਮਲਾ ਜੀ ਸਾਡੇ ਘਰੇ ਕੁੱਟਮਾਰ ਹੋਈ ਸੀਗੀ 24 ਤਰੀਕ 7ਵੇਂ ਮਹੀਨੇ ਦੇ ਵਿੱਚ ਤੇ ਉਹਦੇ ਵਿੱਚ ਰੁਪਿੰਦਰ ਕੌਰ ਜੀ ਸੀਗੀ ਤੇ ਹਰਜਿੰਦਰ ਸਿੰਘ ਸੀਗਾ ਤੇ ਉਹਦਾ ਲੜਕਾ ਹਰਮਨਜੀਤ ਕੌਰ ਤੇ ਪਿੰਡ ਦਾ ਸਰਪੰਚ ਮੌਜੂਦਾ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਸੀਗੀ ਕੀਤੀ ਸਰਪੰਚ ਸਾਹਿਬ ਨੇ ਵੀ ਇਹ ਮਾਮਲਾ ਸੀਗਾ ਸਰ ਇਹਨਾਂ ਦੇ ਨਾਂ ਤੇ ਘਰਦਿਆਂ ਦੇ ਨਾਂ ਤੇ 4 ਕਨਾਲ 4 ਮਰਲੇ ਜ਼ਮੀਨ ਹੈ ਤੇ ਉਸ ਜ਼ਮੀਨ ਦੇ ਵਿੱਚ ਰਾਹ ਅਸੀਂ ਆਪਣੇ ਖੇਤਾਂ ਨੂੰ ਛੱਡਿਆ ਹੋਇਆ ਸੀਗਾ ਤੇ ਉਹਨਾਂ ਅਸੀਂ ਦਰਖਤ ਕੁੱਟਦੇ ਸੀਗੇ ਤੇ ਆਪਾਂ ਨੇ ਨਾ ਉੱਥੇ ਬੰਨੀਆਂ ਕੱਢਤੀਆਂ ਸੀਗੀਆਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ ਲਾਗੇ ਖੇਤ ਵਾਲਿਆਂ ਨੂੰ ਜਾਂ ਕਿਸੇ ਨੂੰ ਵੀ ਨਹੀਂ ਸੀਗਾ ਕੋਈ ਵੀ ਇਤਰਾਜ਼ ਤੇ ਇਹਨਾਂ ਨੂੰ ਸਿਰਫ ਇਹਨਾਂ ਦਾ ਘਰ ਦੂਰ ਹੈ ਇਹਨਾਂ ਆਉਣਾ ਜਾਣਾ ਵੀ ਉੱਧਰ ਹੈ ਨਹੀਂ ਹੈ ਤੇ ਉਲਟਾ ਕੇ ਘਰੇ ਕੁੱਟਮਾਰ ਕਰਕੇ ਗਏ ਤੇ ਉਹਦੀ ਮੈਂ ਵੀਡੀਓ ਵੀ ਪੇਸ਼ ਕੀਤੀ ਸੀ ਥਾਣੇ ਹਰਿਆਣੇ ਦੇ ਵਿੱਚ ਅਸੀਂ 24/7 ਨੂੰ ਦਰਖਾਸਤ ਦਿੱਤੀ ਸੀਗੀ ਉਹਨਾਂ ਨੇ ਜਾਣੀ ਕਿ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਮੈਂ 26 ਤਰੀਕ ਨੂੰ ਫੋਨ ਕੀਤਾ ਇਹਨਾਂ ਨੂੰ SI ਸੁਖਦੇਵ ਸਿੰਘ ਨੂੰ ਤੇ ਉਹਨਾਂ ਨੇ ਕਿਹਾ ਅਸੀਂ 4 ਵਜੇ ਆਵਾਂਗੇ ਮੌਕਾ ਦੇਖਣ ਉਹ ਮੌਕਾ ਦੇਖ ਕੇ ਉਲਟਾ ਸਾਨੂੰ ਇਹੀ ਕਹਿ ਗਏ ਤੁਹਾਨੂੰ ਕੱਲ੍ਹ ਨੂੰ ਆਉਣਾ ਪਊਗਾ ਤੇ ਉਹ ਸਾਤੋਂ ਜਾ ਨਹੀਂ ਹੋਇਆ ਘਰ ਵਾਲੀ ਬਿਮਾਰ ਹੋ ਗਈ ਸੀਗੀ ਉਸ ਦਿਨ ਸਾਤੋਂ ਨਹੀਂ ਜਾ ਹੋਇਆ ਤੇ ਅਸੀਂ ਫੋਨ ਵੀ ਕੀਤਾ ਸਾਨੂੰ SI ਸੁਖਦੇਵ ਸਿੰਘ ਨੇ ਉਹ ਤੋਂ ਬਾਅਦ ਸਾਨੂੰ ਚੱਕਣ ਆ ਗਿਆ ਮੈਨੂੰ ਚੱਕਣ ਆਏ ਤਾਂ ਅਸੀਂ ਘਰਦਿਆਂ ਨੇ ਚਲੋ ਗੱਲਬਾਤ ਕਰਕੇ ਸਾਰੇ ਦੂਜੇ ਸਾਲੇ ਨੇ ਗੱਲਬਾਤ ਕੀਤੀ ਉਹਨਾਂ ਨੇ ਸਮਝਾਇਆ ਸਾਨੂੰ ਕਹਿੰਦੇ ਵੀ ਸਵੇਰੇ 10 ਵਜੇ ਆ ਜਿਓ ਉੱਥੇ ਥਾਣੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਅਸੀਂ ਸਮਝਾ ਦਾਂਗੇ ਸਰ ਨੂੰ ਵੀ ਜੋ ਵੀ ਤੁਹਾਡਾ ਮੈਟਰ ਹੈ ਉਹਦੇ ਵਿੱਚ ਮੇਰਾ ਫੋਨ ਵੀ ਟੁੱਟਿਆ ਸੀਗਾ ਤੇ ਮੈਂ ਸਭ ਕੁਝ ਉਹਨਾਂ ਨੂੰ ਦੱਸਿਆ ਸੀਗਾ ਪਰ ਜਦੋਂ ਅਸੀਂ ਅੰਦਰ ਗਏ ਨਾ ਉਹ ਕਹਿੰਦਾ ਵੀ SHO ਸਾਹਿਬ ਨੂੰ ਮਿਲ ਲਓ ਸਰਜੀਤ ਸਿੰਘ ਮੰਗੜ ਨੂੰ ਆਪਾਂ ਅੰਦਰ ਗਏ ਤਾਂ ਇਹਨਾਂ ਨੂੰ ਘਰਦਿਆਂ ਨੂੰ ਵੀ ਬਾਹਰ ਕੱਢਤਾ ਜੋ ਸਾਡੇ ਨਾਲ ਗਏ ਸੀਗੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਤਾ ਉਹਨਾਂ ਨੇ ਸਾਨੂੰ ਗੱਲਾਂ ਬਾਤਾਂ 2-3 ਕੁ ਪੁੱਛੀਆਂ ਉਹ ਤੋਂ ਬਾਅਦ ਉਹਨਾਂ ਨੇ ਕੁੱਟਮਾਰ ਸ਼ੁਰੂ ਕਰਤੀ SHO ਸਰਜੀਤ ਸਿੰਘ ਮੰਗੜ ਤੇ ਸੁਖਦੇਵ ਸਿੰਘ ਸੀਗਾ SI ਤਾਂ ਵਿੱਚ ਹੋਰ ਮੁਲਾਜ਼ਮ ਸੀਗੇ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ ਤੇ 6-7 ਜਣੇ ਨੇ ਦਿਨ ਦਾ ਇਹ ਦਿਨ ਦਾ ਟਾਈਮ ਸੀਗਾ 11 ਸਾਢੇ 11 ਵਜੇ ਦਾ ਜੀ
ਤਾਂ ਉਹ ਤੋਂ ਬਾਅਦ ਇਹਨਾਂ ਨੇ ਚੱਕ ਕੇ ਮੈਨੂੰ ਅੰਦਰ ਬੰਦ ਕਰਤਾ। ਬੰਦ ਕੀਤਾ ਵਾ। ਸ਼ਾਮ ਨੂੰ ਕਹਿੰਦੇ ਇਹਨਾਂ ਨੇ ਘਰਦਿਆਂ ਨੇ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਸ਼ਾਮ ਨੂੰ ਫੈਸਲਾ ਕਰਕੇ ਛੱਡ ਦਾਂਗੇ। ਉਹ ਤੋਂ ਬਾਅਦ ਮੈਨੂੰ SHO ਸਾਹਿਬ ਨੇ ਕਿਹਾ ਵੀ ਤੁਸੀਂ ਫੈਸਲਾ ਕਰ ਲਓ। ਸੁਖਦੇਵ ਨੇ SI ਸੁਖਦੇਵ ਸਿੰਘ ਨੇ ਵੀ ਕਿਹਾ ਫੈਸਲਾ ਕਰ ਲਓ। ਰਮਨਦੀਪ ਕੌਰ ਜੋ ਇਹਨਾਂ ਦੀ ਰਿਸ਼ਤੇਦਾਰ ਹੈ ਸਰਪੰਚ ਸਾਹਿਬ ਜੀ ਆਪਣੇ ਰੁਪਿੰਦਰ ਕੌਰ ਜੀ ਦੀ, ਉਹਨਾਂ ਦੀ ਉੱਥੇ ਲੱਗੇ ਹੋਏ ਨੇ ਥਾਣੇ ਦੇ ਵਿੱਚ। ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਤੁਸੀਂ ਫੈਸਲਾ ਕਰ ਲਓ ਤੇ ਅਸੀਂ ਫੈਸਲਾ ਨਹੀਂ ਕੀਤਾ ਤਾਂ ਉਹਨਾਂ ਨੇ ਮੈਨੂੰ ਕੁੱਟਮਾਰ ਫੇਰ ਕੀਤੀ। ਕੁੱਟਮਾਰ ਕਰਕੇ ਉਹਨਾਂ ਨੇ ਮੈਨੂੰ ਬੰਦ ਕਰਤਾ ਤੇ 5-6 ਵਜੇ ਉਹਨਾਂ ਨੇ ਮੈਨੂੰ ਪਰਚਾ ਕਰਤਾ ਮੇਰੇ ਤੇ 57 ਦਾ ਪਰਚਾ ਕਰਕੇ ਉਹਨਾਂ ਨੇ ਕਿਹਾ 6 ਵਜੇ ਵੀ ਤੁਸੀਂ ਜ਼ਮਾਨਤ ਆਪਣੀ ਸਵੇਰੇ ਕਰਾ ਲਿਓ। ਘਰਦਿਆਂ ਨੂੰ ਫੋਨ ਕਰਕੇ ਤਾਂ ਆਪਾਂ ਨੇ ਜ਼ਮਾਨਤ ਕਰਾ ਲਈ। ਦੂਜੇ ਦਿਨ ਜ਼ਮਾਨਤ ਚਲੋ ਕਹਿ ਕੇ ਉਹਨਾਂ ਨੇ ਚਲੇ ਗਏ। ਉਹ ਤੋਂ ਬਾਅਦ ਰਾਤ ਨੂੰ 1 ਵਜੇ ਮੈਨੂੰ ਫੇਰ ਹਵਾਲਾਤ ਦੇ ਵਿੱਚੋਂ ਸਰਜੀਤ ਸਿੰਘ ਮਾਂਗਟ ਤੇ ਨਾਲ ਦੇ ਉਹਨਾਂ ਦੇ ਜਿੰਨੇ ਵੀ ਉਹ ਸੀਗੇ ਸਟਾਫ ਦੇ 5-6 ਜਾਣੇ ਸੀਗੇ ਤੇ ਅਮਨਦੀਪ ਕੌਰ SI ਸੁਖਦੇਵ ਸਿੰਘ ਇਹ ਸੀਗੇ। ਇਹਨਾਂ ਨੇ ਕੁੱਟਮਾਰ ਕੀਤੀ ਮੇਰੇ ਨਾਲ ਨਜਾਇਜ਼। ਮੂੰਹ 'ਚ ਜੁੱਤੀ ਦੇ ਕੇ ਕੁੱਟਿਆ ਮੈਨੂੰ ਬਹੁਤ ਜ਼ਿਆਦਾ। ਮੂੰਹ 'ਤੇ ਚੱਪਲਾਂ, ਸਿਰ 'ਚ ਚੱਪਲਾਂ, ਪੈਰਾਂ 'ਤੇ ਡੰਡੇ, ਲੱਤ 'ਤੇ ਡੰਡੇ ਮਾਰੇ ਇਹਨਾਂ ਨੇ। ਤੂੰ ਫੈਸਲਾ ਨਹੀਂ ਕੀਤਾ, ਹੁਣ ਤੈਨੂੰ ਅਸੀਂ ਸਬਕ ਸਿਖਾਵਾਂਗੇ, SHO ਸਰਜੀਤ ਸਿੰਘ ਮਾਂਗਟ ਕਹਿੰਦਾ। ਤਾਂ ਉਹ ਤੋਂ ਬਾਅਦ ਉਹਨੇ ਫਿਰ ਮੈਨੂੰ ਕਿਹਾ, ਕਹਿੰਦਾ ਸਵੇਰੇ ਤੈਨੂੰ ਫਿਰ ਦੇਖਾਂਗੇ। ਯਾਨੀ ਕਿ ਸੁਬਾਹ ਤਾਂ ਉਹਨਾਂ ਨੇ ਮੈਨੂੰ ਕੋਈ ਨਹੀਂ ਕਿਹਾ। ਤਾਂ ਉਹ ਤੋਂ ਬਾਅਦ ਅਸੀਂ ਇੱਥੇ ਆ ਗਏ ਹਾਂ ਜ਼ਮਾਨਤ ਕਰਾਈਏ, ਪਰ ਸਾਡੀ ਕੋਈ ਉਹਨਾਂ ਨੇ ਸੁਣਵਾਈ ਨਹੀਂ ਕੀਤੀ। ਆਪਾਂ ਨੇ SSP ਸਾਹਿਬ ਦੇ ਦਰਖਾਸਤ ਦਿੱਤੀ ਸੀ ਪਹਿਲਾਂ, ਉਹਦੀ ਕੋਈ ਸੁਣਵਾਈ ਨਹੀਂ ਹੋਈ। ਉਹ ਤੋਂ ਬਾਅਦ ਦੂਜੀ ਵਾਰ ਦਰਖਾਸਤ ਦਿੱਤੀ ਉਹਨਾਂ ਨੇ, ਚਲੋ ਉਹਦੇ 'ਤੇ ਵੀ ਕੋਈ ਉਹ ਹੋਇਆ ਨਹੀਂ ਮੈਟਰ। ਉਹ ਤੋਂ ਬਾਅਦ ਚਲੋ SHO ਸਰਜੀਤ ਸਿੰਘ ਮਾਂਗਟ ਦੀ ਤਾਂ ਬਦਲੀ ਕਰਾਤੀ SSP ਸਾਹਿਬ ਨੇ। ਇਹਨਾਂ ਦੇ ਅਸੀਂ ਧੰਨਵਾਦ ਹੈ, ਇਹਨਾਂ ਨੇ ਸਾਡੀ ਇੰਨੀ ਕੁ ਸੁਣੀ। ਪਰ ਸਾਨੂੰ ਕੁਝ ਮੁਲਾਜ਼ਮ ਹਜੇ ਵੀ ਹੈਗੇ ਨੇ ਜੋ ਸਾਨੂੰ ਹੈਰਾਨ ਕਰ ਰਹੇ ਨੇ, ਪਰੇਸ਼ਾਨ ਕਰ ਰਹੇ ਨੇ। ਇੱਕ ਸੁਖਦੇਵ ਸਿੰਘ SI ਤੇ ਇੱਕ ਰਮਨਦੀਪ ਕੌਰ ਤੇ ਇੱਕ ਹੋਰ ਹੈਗਾ ਉਹ ਥਾਣੇਦਾਰ ਉੱਥੇ। ਉਹਨੇ ਸਾਡਾ ਜਾਣੀ ਕਿ 11 ਤਰੀਕ ਮੈਂ ਫਿਰ ਇੱਥੋਂ ਤਰੀਕ ਭੁਗਤ ਕੇ ਗਿਆ। ਉਹਨਾਂ ਨੇ ਸਾਡਾ ਜਾਣੀ ਕਿ 112 'ਤੇ ਦਿੱਤੀ ਸੀਗੀ ਦਰਖਾਸਤ ਵੀ ਇਹ ਇੱਟਾਂ ਰੋੜੇ ਮਾਰ ਕੇ ਗਿਆ। ਦੂਜੇ ਦਿਨ ਸਾਨੂੰ ਥਾਣੇ ਸੱਦਿਆ, ਅਸੀਂ ਥਾਣੇ ਗਏ। ਉਹਨਾਂ ਨੇ ਉੱਥੇ ਫੈਸਲਾ ਕਰਾ ਰਹੇ ਨੇ ਰਾਹ ਦਾ ਔਰ 57 ਦਾ ਜੋ ਹੋਈ ਮੇਰੇ ਤੇ। ਆਪਾਂ ਸਿਵਲ ਹਸਪਤਾਲ ਹੁਸ਼ਿਆਰਪੁਰੋਂ ਕਰਾਇਆ। ਤਾਂ ਉਹਨਾਂ ਨੇ ਫਿਰ ਇੱਟਾਂ ਰੋੜਿਆਂ ਦਾ ਕਹਿ ਕੇ ਸਾਤੋਂ ਫੈਸਲਾ ਕਰਾਉਣ ਲਈ ਫਿਰ ਅਸੀਂ ਉੱਥੇ ਬੋਲੇ ਤਾਂ ਸਾਨੂੰ ਉਹਨਾਂ ਨੇ ਜ਼ੋਰ ਪਾਇਆ। ਮੋਹਨ ਸਿੰਘ, ਇੰਸਪੈਕਟਰ ਮੋਹਨ ਸਿੰਘ, ਇਹਨਾਂ ਨੇ ਸਾਨੂੰ ਜ਼ੋਰ ਪਾਇਆ ਰਾਜੀਨਾਮੇ ਲਈ। ਅਸੀਂ ਰਾਜੀਨਾਮਾ ਨਹੀਂ ਕੀਤਾ ਤੇ ਉਹ ਮੈਨੂੰ ਕਹਿੰਦੇ ਨੇ ਮੋਹਨ ਸਿੰਘ। ਮੇਰਾ ਪਿੰਡ ਕੰਗਮਾਈ, ਮੈਂ ਕਰਤਾਰ ਸਿੰਘ ਬੋਲ ਰਿਹਾ ਜੀ। ਇਹ ਆਪਣੇ ਇਹਨਾਂ ਦੇ ਨਾਲ ਧੱਕਾ ਹੋਇਆ, ਕੁੱਟਮਾਰ ਹੋਈ ਆ ਤੇ ਕੁੱਟਮਾਰ ਕੀਤੀ ਗਈ ਆ। ਤਾਂ ਬਾਅਦ ਦੇ ਵਿੱਚ ਮੈਨੂੰ ਸੁਨੇਹਾ ਗਿਆ ਤਾਂ ਮੈਂ ਥਾਣੇ ਗਿਆ। ਜਾ ਕੇ ਕਿਹਾ ਵੀ ਮੈਨੂੰ ਕਹਿੰਦੇ ਵੀ ਬਾਬਾ ਜੀ ਤੁਸੀਂ ਤੇ ਆਪਣੇ ਸਵੇਰੇ ਜ਼ਮਾਨਤ ਕਰਾ ਲਿਓ। ਤੇ SHO ਸਾਹਿਬ ਨੇ ਕਿਹਾ ਵੀ ਤੇ ਇਹਨੇ ਮੈਨੂੰ ਕਹਿੰਦੇ SDM ਦੇ ਜਾ ਕੇ ਕਰ ਲਿਓ। ਤੇ ਮੈਂ ਕਿਹਾ ਵੀ 57 ਕਿੱਦਾਂ ਬਣਾਤੀ ਆ? ਕਹਿੰਦੇ ਵੀ ਅਸੀਂ ਬਣਾ ਸਕਦੇ ਹਾਂ, ਵੀ ਬਣਾ ਸਕਦੇ ਅਸੀਂ 57। ਇਹ 57 ਝੂਠੀ ਬਣੀ ਆ। ਦੂਸਰੀ ਤੇ ਜਿਹੜੀ ਬਾਹਰ ਘੁੰਮਦੀ ਆ, ਇਹਨਾਂ ਨਾਲ ਧੱਕਾ ਹੋਇਆ। ਇਹਨਾਂ ਵੱਲੋਂ ਜਿਹੜੀ ਕੰਪਲੇਂਟ ਸੀ ਉਹਦੀ ਕੋਈ ਸੁਣਾਈ ਨਹੀਂ ਹੋਈ ਤੇ ਉਹਨਾਂ ਦੀ ਦਰਖਾਸਤ 'ਤੇ ਉਹਨੇ ਸੁਣਾਈ ਕੀਤੀ ਆ। ਇਹਨਾਂ ਨਾਲ ਧੋਖਾ ਹੋਇਆ। ਇਹਨਾਂ ਨੂੰ ਕੁੱਟਮਾਰ ਕੀਤੀ ਆ, ਜੁੱਤੀਆਂ ਪਾ ਕੇ ਮੁੰਡੇ ਦੇ ਮੂੰਹ ਦੇ ਵਿੱਚ ਕੁੱਟਿਆ ਉਹਨੇ ਰਾਤ ਦੇ 1 ਵਜੇ। ਜੇ ਆਪਣੇ 57 ਹੋ ਗਈ ਆ ਤੇ 1 ਵਜੇ ਕਿੱਦਾਂ ਕਿਸੇ ਅਸੂਲ ਦੇ ਨਾਲ ਇਹ ਕੁੱਟਮਾਰ ਕਰ ਸਕਦੇ? ਮੂੰਹ ਦੇ ਵਿੱਚ ਜੁੱਤੀਆਂ ਪਾ ਕੇ। ਇਹਨਾਂ 'ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਰਚਾ ਦਰਜ ਕੀਤਾ ਜਾਵੇ ਤੇ ਪੁਲਿਸ ਵਾਲਿਆਂ ਤੇ ਸਰਪੰਚ ਸਿੰਘ ਡੱਲੇਵਾਲ ਤੇ ਇਹਨਾਂ ਦਾ ਭਰਾ ਜਿਹੜੇ ਜਿੰਨੇ ਵੀ ਹੈਗੇ ਆ, ਇੰਨੀ ਕੁੱਟਮਾਰ ਕੀਤੀ, ਪੈਸੇ ਦੇ ਕੇ ਕੀਤੀ ਆ। ਇਹਨਾਂ 'ਤੇ ਸਾਰਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਰਪ੍ਰੀਤ ਕੌਰ ਹੈ ਜੀ ਮੇਰਾ ਨਾਮ। ਪਿੰਡ ਡੱਲੇਵਾਲ ਦੀ, ਥਾਣਾ ਹਰਿਆਣਾ ਦਾ ਖੰਨਾ ਹਰਿਆਣਾ ਦੀ ਰਹਿਣ ਵਾਲੀ ਹਾਂ ਮੈਂ। ਤੇ ਸਰ ਮੇਰੇ ਪਾਪਾ ਮੇਰੇ ਨਾਲ ਪ੍ਰੋਪਰਟੀ ਕਰ ਗਏ ਸੀ 4 ਕਨਾਲਾਂ 4 ਮਰਲੇ। ਉਸ ਦੇ ਸੰਬੰਧ ਦੇ ਵਿੱਚ
ਸਾਡਾ ਜੋ ਵੀ ਸੀਗਾ ਉਹ ਮੇਰੇ ਘਰ ਵਾਲੇ ਪਹਿਲਾਂ ਦੱਸ ਹੀ ਚੁੱਕੇ ਆ। ਤਾਂ ਕਿਸੇ ਨੇ ਮੇਰੇ ਵਿਰੋਧੀ ਤੇ ਮੇਰੇ ਭਰਾ ਹਰਜਿੰਦਰ ਸਿੰਘ, ਭਰਜਾਈ ਰੁਪਿੰਦਰਜੀਤ ਕੌਰ, ਉਹਨਾਂ ਦਾ ਬੇਟਾ ਹਰਮਨਪ੍ਰੀਤ ਸਿੰਘ ਤੇ ਪਿੰਡ ਦਾ ਮੌਜੂਦਾ ਸਰਪੰਚ ਜਸਵਿੰਦਰ ਸਿੰਘ, ਇਹ ਮੇਰੇ ਘਰ ਦੇ ਵਿੱਚ ਆਏ ਆ। ਇਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਕੋਈ ਪੁੱਛਗਿੱਛ ਨਹੀਂ ਕੀਤੀ। ਇਹਨਾਂ ਨੇ ਮੇਰੇ ਘਰ ਵਾਲੇ ਨੂੰ ਬੋਲਿਆ, ਗਾਲੀ ਗਲੋਚ ਕੀਤੀ ਆ, ਉਪਰੰਤ ਇਹ ਕੁੱਟਣ ਮਾਰਨ ਲੱਗ ਗਏ ਆ, ਜਿਸ ਦੀ ਕਿ ਅਸੀਂ ਉਸ ਟਾਈਮ ਵੀਡੀਓ ਵੀ ਬਣਾਈ ਸੀਗੀ। ਔਰ ਮੇਰੇ ਭਰਾ ਨੇ ਮੇਰੇ ਘਰ ਵਾਲੇ ਨੂੰ ਗਲੋਂ ਫੜਿਆ। ਉਸ ਤੋਂ ਬਾਅਦ ਮੇਰੇ ਘਰ ਵਾਲੇ ਦਾ ਮੋਬਾਈਲ ਵੀ ਤੋੜਿਆ, ਚੱਕ ਕੇ ਸੁੱਟ ਦਿੱਤਾ ਅੰਦਰ, ਮੇਰੀ ਤੋੜ ਭੰਨ ਵੀ ਕੀਤੀ। ਮੇਰੇ ਘਰ ਦੇ ਅੰਦਰ ਕਮਰੇ ਦੇ ਅੰਦਰ ਵੜ ਕੇ ਇਹਨਾਂ ਨੇ ਕੁੱਟਮਾਰ ਕੀਤੀ ਹੈ ਸਰ ਜੀ। ਉਸ ਤੋਂ ਬਾਅਦ ਅਸੀਂ 24 ਤਰੀਕ ਨੂੰ ਇਹ ਲੜਾਈ ਹੋਈ ਆ। ਉਸ ਤੋਂ ਬਾਅਦ ਅਸੀਂ ਥਾਣਾ ਹਰਿਆਣਾ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ, ਜਿਸ ਦੀ ਕਿ 2 ਦਿਨ ਸਾਨੂੰ ਕੋਈ ਸੁਣਵਾਈ ਨਹੀਂ ਹੋਈ। ਫਿਰ ਅਸੀਂ 26 ਤਰੀਕ ਨੂੰ ASI ਨੂੰ ਫੋਨ ਕੀਤਾ, ਸੁਖਦੇਵ ਸਿੰਘ ਨੂੰ, ਔਰ ਉਹਨਾਂ ਨੂੰ ਅਸੀਂ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ, ਤੁਸੀਂ ਆਣ ਕੇ, ਮੈਂ ਇਹੀ ਗੱਲ ਕਹੀ, ਮੈਂ ਫੋਨ ਕੀਤਾ ਸਰ ਜੀ, ਔਰ ਮੈਂ ਇਹੀ ਗੱਲ ਕਹੀ ਆ, ਮੈਂ ਕਿਹਾ ਵੀ ਆਣ ਕੇ ਮੇਰੇ ਘਰ ਦੇ ਹਾਲਾਤ ਦੇਖੋ, ਮੇਰੇ ਜੋ ਨੁਕਸਾਨ ਹੋਇਆ ਮੇਰਾ ਉਹ ਦੇਖੋ। ਤਾਂ ਕਹਿੰਦਾ ਅਸੀਂ ਆਉਂਦੇ ਹਾਂ, 4 ਵਜੇ ਦਾ ਸਾਨੂੰ ਟਾਈਮ ਦਿੱਤਾ। ਪੁਲਿਸ ਆਈ ਆ, ASI ਸੁਖਦੇਵ ਸਿੰਘ ਆਇਆ, ਇੱਕ ਮੁਲਾਜ਼ਮ ਨਾਲ ਹੋਰ ਆਇਆ, ਉਹਨਾਂ ਨੇ ਪਰ ਮੇਰੀ ਕੋਈ ਸੁਣਵਾਈ ਨਹੀਂ ਕੀਤੀ, ਬਾਹਰ ਹੀ ਖੜੇ ਰਹੇ ਆ। ਤੇ ਉਸ ਟਾਈਮ ਮੇਰੇ ਘਰ ਵਾਲੇ ਮੌਜੂਦ ਨਹੀਂ ਸੀਗੇ, ਮੈਂ ਇਹਨਾਂ ਨੂੰ ਬੁਲਾਇਆ, ਇਹ ਆ ਗਏ। ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਸਾਨੂੰ ਕਹਿੰਦੇ 27 ਤਰੀਕ ਨੂੰ ਤੁਸੀਂ ਥਾਣੇ ਹਰਿਆਣੇ ਦੇ ਵਿੱਚ ਸ਼ਾਮੀ 4 ਵਜੇ ਆਓ। ਲੇਕਿਨ ਸਰ ਮੇਰੀ ਤਬੀਅਤ ਖਰਾਬ ਹੋਣ ਕਰਕੇ ਮੈਂ ਨਹੀਂ ਜਾ ਸਕੀ, ਤੇ ਉਹਨਾਂ ਨੇ ਕੋਈ ਸਾਨੂੰ ਉਹ ਨਹੀਂ ਕੀਤਾ। 6 ਵਜੇ ਸ਼ਾਮ ਨੂੰ 27 ਤਰੀਕ ਨੂੰ ਪੁਲਿਸ ਮੇਰੇ ਘਰ ਵਾਲੇ ਨੂੰ ਚੱਕਣ ਆ ਗਈ ਆ, ਜਦ ਕਿ ਮੈਂ ਤਾਂ ਬਿਮਾਰ ਸੀਗੀ ਤੇ ਇਹ ਮਿਲੇ ਨਹੀਂ ਘਰ। ਔਰ ਸਾਨੂੰ ਪੁਲਿਸ ਕਹਿ ਗਈ, ਮੇਰੇ ਦੂਸਰੇ ਭਰਾ ਨੂੰ ਕਹਿ ਗਏ, ਕਹਿੰਦੇ ਵੀ ਤੁਸੀਂ ਕੱਲ੍ਹ ਨੂੰ 10 ਵਜੇ ਸਵੇਰੇ ਹਰਿਆਣਾ ਥਾਣਾ ਦੇ ਵਿੱਚ ਪਹੁੰਚੋ, ਔਰ ਅਸੀਂ ਸੁਰਜੀਤ ਸਿੰਘ ਮੰਗਟ ਸਰ ਨੂੰ ਕਹਿ ਕੇ ਤੁਹਾਡੀ ਸੁਣਵਾਈ ਕਰਵਾ ਦਾਂਗੇ, ਤੁਹਾਡੀ ਗੱਲਬਾਤ ਸਾਰੀ ਕਰ ਦਾਂਗੇ। ਸਾਨੂੰ ਪਿਆਰ ਨਾਲ ਥਾਣੇ ਦੇ ਵਿੱਚ ਬੁਲਾ ਲਿਆ। 28 ਤਰੀਕ ਸਵੇਰੇ 10 ਵਜੇ ਅਸੀਂ ਬੈਠ ਰਹੇ ਹਾਂ। 11 11:30 ਵਜੇ ਅਸੀਂ ASI ਨੂੰ ਵੀ ਫੋਨ ਕੀਤਾ ਕਿ ਅਸੀਂ ਸਰ ਆ ਗਏ ਹਾਂ। ਉਸ ਦੇ ਵਿੱਚ ਮੈਂ ਗਈ ਹਾਂ, ਮੇਰੇ ਘਰ ਵਾਲੇ ਗਏ ਆ। ਮੈਨੂੰ ਇੱਕ ਚੱਕਦਾ ਥਲਦਾ ਮੁੰਡਾ, ਉਹ ਮੇਰਾ ਬੇਟੇ ਦੇ ਸਮਾਨ, ਅਸੀਂ ਉਹਨੂੰ ਬੇਟਾ ਮੰਨਦੇ ਹਾਂ, ਤੇ ਉਹ ਸਾਡੀ ਹੈਲਪ ਕਰਦਾ ਆ। 3 ਸਾਲ ਤੋਂ ਉਹਦੇ ਸਾਡੇ ਨਾਲ ਫੈਮਿਲੀ ਰਿਲੇਸ਼ਨ ਆ। ਔਰ ਮੇਰਾ ਭਰਾ ਗਿਆ ਉੱਥੇ, ਔਰ ਜਦੋਂ ਅਸੀਂ ਗਏ ਹਾਂ ਤੇ ਅੰਦਰ ਮੈਨੂੰ ਮੁੰਡਾ ਚੱਕ ਕੇ ਲੈ ਕੇ ਗਿਆ, ਔਰ ਸੁਰਜੀਤ ਸਿੰਘ ਮੰਗਟ ਨੇ ਮੈਨੂੰ ਦਬਕੇ ਮਾਰ ਕੇ ਬਾਹਰ ਕੱਢ ਦਿੱਤਾ। ਮੁੰਡੇ ਨੂੰ ਕਹਿੰਦਾ ਤੂੰ ਕੌਣ, ਚੱਕ ਕੇ ਇਹਨੂੰ ਬਾਹਰ ਲੈ ਜਾ, ਇਸ ਔਰਤ ਨੂੰ। ਮੈਨੂੰ ਚੱਕ ਕੇ ਮੁੰਡਾ ਬਾਹਰ ਲਿਆ, ਮੇਰੇ ਹਸਬੈਂਡ ਨੂੰ ਅੰਦਰ ਬਿਠਾ ਲਿਆ। ਉਹਨਾਂ ਨੂੰ ਬਿਠਾ ਲਿਆ, 10-15 ਮਿੰਟ ਬਾਅਦ ਇਹਨਾਂ ਦੇ ਚਪੇੜਾ ਮਾਰਨ ਲੱਗ ਗਿਆ, 2-4 ਗੱਲਾਂ ਕੀਤੀਆਂ। ਤੇ ਇਹ ਮੁੜ ਕੇ ਮੈਂ ਜਦੋਂ ਆਪਣੇ ਬ੍ਰਦਰ ਨੂੰ ਕਿਹਾ ਔਰ ਮੁੰਡੇ ਨੂੰ ਕਿਹਾ, ਮੈਂ ਕਿਹਾ ਕਾਕਾ ਅੰਦਰ ਜਾ ਕੇ ਦੇਖ, ਤੇਰੇ ਭਾਜੀ ਨੂੰ ਮਾਰਦੇ ਪਏ। ਜਦੋਂ ਇਹ ਕਾਕਾ ਵੀ ਅੰਦਰ ਗਿਆ, ਔਰ ਪੁਲਿਸ ਕਹਿੰਦੇ ਆ, ਸੁਰਜੀਤ ਸਿੰਘ ਮੰਗਟ ਕਹਿੰਦੇ ਚੱਕ ਕੇ ਸਿੱਟੋ ਇਹਨੂੰ ਅੰਦਰ। ਮੇਰਾ ਭਰਾ ਗਿਆ ਸੀਗਾ ਦੂਸਰਾ, ਉਹ ਕੈਂਸਰ ਦਾ ਮਰੀਜ਼ ਆ, ਉਹਨੂੰ ਉਹ ਗੱਲਬਾਤ ਕਰਨ ਵਾਸਤੇ ਗਿਆ ਸਾਹਿਬ ਦੇ ਨਾਲ, ਔਰ ਸਾਹਿਬ ਕਹਿੰਦੇ ਇਹਨੂੰ ਵੀ ਚੱਕ ਕੇ ਸਿੱਟੋ ਅੰਦਰ। ਜੋ ਕਿ ਸਰ ਮੇਰੇ ਨਾਲ ਜਾਂਦਾ ਸੀ, ਉਹਨਾਂ ਨੂੰ ਕਹਿੰਦੇ ਚੱਕ ਕੇ ਅੰਦਰ ਸਿੱਟੋ। ਮੇਰੇ ਹਸਬੈਂਡ ਨੂੰ ਉੱਥੇ ਬਿਠਾ ਲਿਆ, ਕੁੱਟਮਾਰ ਕਰਕੇ ਸਵੇਰੇ 10-11 ਵਜੇ ਜਿੰਨੇ ਵਜੇ ਉਹ ਕੁੱਟਮਾਰ ਕਰਕੇ ਅੰਦਰ ਹਵਾਲਾਤ 'ਚ ਬੰਦ ਕਰਤਾ, ਔਰ ਸਾਨੂੰ ਕੱਢ ਦਿੱਤਾ ਉੱਥੋਂ, ਸਾਨੂੰ ਕੱਢ ਦਿੱਤਾ। ਉਸ ਤੋਂ ਬਾਅਦ ਮੈਂ ਬਹੁਤ ਤਰਲੇ ਮਿੰਨਤਾਂ ਕੀਤੇ, ਸਾਰੇ ਪ੍ਰਾਈਮ ਮਿਨਿਸਟਰ ਕੋਲ ਵੀ ਗਈ, ਸਭ ਕੋਲ ਮੈਂ ਗਈ, ਪਰ ਕਿਸੇ ਨੇ ਮੇਰੀ ਕੋਈ ਵੀ ਨਹੀਂ ਸੁਣੀ। ਜਦ ਕਿ ਮੈਂ MLA ਨੂੰ ਸਰ ਮਿਲੀ, ਮੈਂ ਫੋਨਾਂ ਦੇ ਉੱਤੇ ਵੀ ਮਿਲੀ ਹਾਂ, ਤੇ ਮੈਂ ਸਭ ਨੂੰ ਮਿਲੀ। ਉਹ ਕਹਿੰਦੇ ਕੋਈ ਗੱਲ ਨਹੀਂ। ਮੈਂ ਉਹਨਾਂ ਤੋਂ ਟਾਈਮ ਲਿਆ, ਮੈਂ ਕਿਹਾ ਸਰ ਮੈਨੂੰ ਟਾਈਮ ਦਿਓ, ਮੇਰੇ ਵੱਡੇ ਸਿਸਟਰ ਨੇ ਆਉਣਾ, ਤਾਂ ਮੈਂ ਬੈਠ ਕੇ ਰਾਜੀਨਾਮਾ ਕਰ ਲਾਂਗੀ। ਲੇਕਿਨ ਉਹਨਾਂ ਨੇ ਮੇਰੀ ਕਿਸੇ ਨੇ ਨਹੀਂ ਸੁਣੀ। ਫਿਰ ਮੈਂ SHO ਸੁਰਜੀਤ ਸਿੰਘ ਮੰਗਟ ਨੂੰ ਫੋਨ ਕੀਤਾ, ਮੈਂ ਕਿਹਾ ਸਰ ਜੀ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਕਿ ਮੇਰੇ ਹਸਬੈਂਡ ਦੀ ਮੈਨੂੰ ਇਸ ਟਾਈਮ ਜ਼ਰੂਰਤ ਆ, ਮੈਂ ਡਾਕਟਰ ਦੇ ਜਾਣਾ, ਇਹਨਾਂ ਨੂੰ ਛੱਡ ਦਿਓ। ਅਸੀਂ ਜਿੱਦਾਂ ਸਾਨੂੰ ਸੋਮਵਾਰ ਬੁਲਾਇਆ ਸੀਗਾ, ਅਸੀਂ ਮੰਗਲਵਾਰ ਦਾ ਟਾਈਮ ਲਿਆ ਸੀ ਕਿ ਸਰ ਮੰਗਲਵਾਰ ਤੱਕ ਅਸੀਂ ਰਾਜੀਨਾਮਾ ਕਰ ਲਾਂਗੇ, ਪਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ। ਉਹ ਕਹਿੰਦੇ ਕੋਈ ਨਹੀਂ, ਸ਼ਾਮ ਨੂੰ ਤੇਰੇ ਘਰ ਵਾਲੇ ਦਾ ਰਾਜੀਨਾਮਾ ਕਰਕੇ ਤੇ ਤੇਰੇ ਘਰ ਵਾਲਾ ਘਰ ਭੇਜ ਦੂਗਾ, ਤੇ ਉਹਨਾਂ ਨੇ ਮੇਰੀ ਸੁਣੀ ਨਹੀਂ। ਲਾਸਟ ਦੇ ਵਿੱਚ ਮੈਂ ਦੁਖੀ ਹੋ ਕੇ ਮੈਂ ਟਵਿੱਟਰ ਦੇ ਉੱਤੇ ਇੱਕ ਵੀਡੀਓ ਪਾਈ DJP ਨੂੰ, ਕਿਉਂਕਿ ਮੈਂ ਬਹੁਤ ਜ਼ਿਆਦਾ ਦੁਖੀ ਹੋਈ, ਮੇਰੀ ਕਿਸੇ ਨੇ ਸੁਣੀ ਹੀ ਨਹੀਂ। ਮੇਰੇ ਘਰ ਵਾਲਾ ਅੰਦਰ ਸੀ, ਪਰ ਫਿਰ ਵੀ ਨਹੀਂ, ਮੈਂ ਥਾਣੇ ਤਾਂ ਮੈਂ ਗਈ ਨਹੀਂ, ਕਿਉਂਕਿ ਮੇਰੀ ਹਾਲਤ ਜਾਣ ਵਾਲੀ ਥਾਣੇ ਸੀਗੀ ਨਹੀਂ। ਵੀਡੀਓ ਪਾਈ ਆ, ਉਹਦੇ ਬਾਅਦ ਕੀ ਹੋਇਆ? ਉਸ ਤੋਂ ਬਾਅਦ ਫਿਰ ਸਰ ਉਹ ਮੇਰੀ ਪਹਿਲਾਂ ਮੈਂ ਟਵਿੱਟਰ ਦੇ ਉੱਤੇ ਉੱਪਰ DJP ਨੂੰ ਪਾਈ ਸੀਗੀ। ਉਸ ਤੋਂ ਬਾਅਦ ਥੋੜਾ ਐਕਸ਼ਨ ਆਇਆ, ਫਿਰ ਪਤਾ ਲੱਗ ਗਿਆ ਪੁਲਿਸ ਵਾਲਿਆਂ ਨੂੰ, ਤਾਂ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਦੌਕਾ ਮਾਰਿਆ। ਉਹਨਾਂ ਨੇ ਕਹਿੰਦੇ ਵੀ ਤੇਰੇ ਘਰ ਵਾਲੀ ਬਾਹਰ ਬੈਠੀ ਕੀ ਕਰਦੀ ਆ, ਜਦ ਮੇਰੀ ਕਿਸੇ ਨੇ ਸੁਣਵਾਈ ਨਹੀਂ, ਮੈਂ ਤਾਂ ਕਿਸੇ ਦਾ ਦਰਵਾਜ਼ਾ ਖੜਕਾਉਣਾ ਸੀਗਾ। ਉਸ ਤੋਂ ਬਾਅਦ ਫਿਰ ਮੈਨੂੰ ਸ਼ਾਮ ਨੂੰ 6:30 ਵਜੇ ASI ਸੁਖਦੇਵ ਸਿੰਘ ਦਾ ਫੋਨ ਆਉਂਦਾ 28 ਤਰੀਕ ਨੂੰ, ਕਹਿੰਦਾ ਹਰਪ੍ਰੀਤ ਕੌਰ ਜੀ ਤੁਹਾਡੇ ਘਰ ਵਾਲੇ ਨੂੰ 751 ਕਰ ਦਿੱਤੀ ਆ, ਤੇ ਉਹਨੂੰ ਤੁਸੀਂ ਕੱਲ੍ਹ ਨੂੰ ਵਕੀਲ ਕਰਕੇ ਤੁਹਾਡੀ ਜ਼ਮਾਨਤ ਕਰਾ ਲਓ। ਸਰ ਮੈਨੂੰ ਤਾਂ ਵਕੀਲਾਂ ਦਾ ਨਹੀਂ ਪਤਾ ਸੀ, ਮੈਨੂੰ ਅਦਾਲਤਾਂ ਦਾ ਨਹੀਂ ਪਤਾ ਸੀ, ਕੁਛ ਵੀ ਨਹੀਂ ਮੈਨੂੰ ਤਾਂ ਪਤਾ ਸੀ। ਤੇ ਮੈਂ ਇਹ ਗੱਲ ਜ਼ਰੂਰ ASI ਨੂੰ ਗਈ ਆ, ਮੈਂ ਕਿਹਾ ਸਰ ਉਹਨਾਂ ਨੇ ਕੋਈ ਕਤਲ ਤਾਂ ਨਹੀਂ ਕੀਤਾ ਆ, ਤੇ ਕੋਈ ਐਡੀ ਖਾਸ ਗੱਲ ਤਾਂ ਨਹੀਂ ਸੀ। ਉਹ ਕਹਿੰਦਾ ਜੇ ਕਤਲ ਕੀਤਾ ਹੋਵੇ ਧਾਰਾ 302 ਲੱਗਦੀ ਆ। ਉਸ ਤੋਂ ਬਾਅਦ ਸਰ ਅਸੀਂ ਜਿੱਦਾਂ ਵੀ ਕੀਤੀ ਅਗਲੇ ਦਿਨ 29 ਤਰੀਕ ਸਵੇਰੇ ਅਸੀਂ ਆਪਣੇ ਘਰ ਵਾਲੇ ਨੂੰ ਛੁਡਾਇਆ।
ਘਰ ਵਾਲੇ ਨੇ ਛਡਾਈ, ਜਦ ਕਿ ਵਿਰੋਧੀ ਧਿਰ ਸਰ ਬਾਹਰ ਤੁਰੀ ਫਿਰਦੀ ਹੈ, ਸਾਨੂੰ ਤੰਗ ਕੀਤਾ। 28 ਤਰੀਕ ਰਾਤ ਨੂੰ ASI ਨੇ, ਇੱਕ SHO ਨੇ, ਸੁਰਜੀਤ ਸਿੰਘ ਮੰਗਟ ਨੇ ਮੇਰੇ ਘਰ ਵਾਲੇ ਨੂੰ ਜੁੱਤੀਆਂ ਮੂੰਹ 'ਚ ਦੇ ਕੇ ਕੁੱਟਿਆ, ਬਹੁਤ ਜ਼ਿਆਦਾ ਕੁੱਟਿਆ। ਕਹਿੰਦਾ ਜੇ ਤੂੰ ਬਾਹਰ ਜਾ ਕੇ ਕੋਈ ਗੱਲ ਕੀਤੀ, ਕੋਈ ਕਿਸੇ ਨੂੰ ਕੁਝ ਕਿਹਾ ਤਾਂ ਤੇਰੇ ਉੱਤੇ ਬਹੁਤ ਐਕਸ਼ਨ ਲਿਆ ਜਾਊਗਾ, ਤੈਨੂੰ ਦੁਬਾਰਾ ਅਸੀਂ ਅੰਦਰ ਕਰ ਦੇਵਾਂਗੇ, ਧਮਕੀਆਂ ਦਿੱਤੀਆਂ। ਉਸ ਤੋਂ ਬਾਅਦ ਮੇਰੀ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ। ਤੁਹਾਡੀ ਕੀ ਮੰਗ ਹੈ? ਹੁਣ ਸਾਡੀ ਇਹੀ ਮੰਗ ਆ, ਬਾਕੀ SHO ਸੁਰਜੀਤ ਸਿੰਘ ਮੰਗਟ ਦੀ ਤਾਂ ਬਦਲੀ ਕਰ ਦਿੱਤੀ, SSP ਸਾਹਿਬ ਦੇ ਅਸੀਂ ਬੜੇ ਧੰਨਵਾਦ ਹਾਂ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ। ਬਾਕੀ ਅਸੀਂ ਇਹੀ ਕਹਿੰਦੇ ਆ ਕਿ ਸਾਡੇ ਵਿਰੋਧੀ ਧਿਰ ਨੂੰ ਵੀ ਸਜ਼ਾ ਦਿੱਤੀ ਜਾਵੇ, ਔਰ ਜਿਹੜੇ ਪੁਲਿਸ ਡਿਪਾਰਟਮੈਂਟ ਆ ਕਿਉਂਕਿ ਸਾਨੂੰ ਅਜੇ ਵੀ ਬਹੁਤ ਖਤਰਾ ਆ, ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ, ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ, ਉਹਨਾਂ ਤੇ ਵੀ ਸਭ ਕੁਝ ਜੋ ਬਣਦਾ ਕਾਨੂੰਨੀ ਪਰਚਾ ਕੀਤਾ ਜਾਵੇ। ਹਾਂਜੀ ਸਰ, ਕਿਹੜਾ ਪਿੰਡ ਤੁਹਾਡਾ? ਹਾਂਜੀ ਸਰ, ਮੇਰਾ ਪਿੰਡ ਲਾਲਪੁਰ ਜੀ। ਹੁਣ ਇੱਥੇ ਕਿੱਦਾਂ ਆਏ ਤੁਸੀਂ? ਉੱਥੇ ਮੈਂ ਦੀਦੀ ਉਹਨਾਂ ਦੇ ਮੈਟਰ 'ਚ ਆਇਆ, ਜੇ ਮੈਂ ਇਹਨਾਂ ਦੀ ਹੈਲਪ ਕਰਦਾ ਜੀ, ਇਹਨਾਂ ਦਾ ਝਗੜਾ ਹੋਇਆ ਘਰ 'ਚ। ਕੀ ਲੱਗਦੇ ਤੁਹਾਡੇ? ਮੇਰੇ ਸਿਸਟਰ ਵੀ ਲੱਗਦੇ, ਮਾਂ ਵੀ ਲੱਗਦੀ ਹੈ। ਅੱਛਾ ਜੀ। ਹਾਂਜੀ, ਇਹਨਾਂ ਦਾ ਝਗੜਾ ਹੋਇਆ, ਮੈਂ ਇਹਨਾਂ ਦੀ ਹੈਲਪ ਕਰ ਰਿਹਾ। ਉਲਟਾ ਪੁਲਿਸ ਵਾਲਿਆਂ ਨੇ ਉਹਨਾਂ ਰਲ ਕੇ ਮੇਰੇ ਉੱਤੇ ਵੀ ਯਾਨੀ ਕਿ ਨਾ 750 ਲਾਤੀ ਹੈ। ਤੇ ਹੁਣ ਕਿਹੜੇ SHO ਸੀ ਉਸ ਵੇਲੇ? ਸਰਜੀਤ ਸਿੰਘ ਮੰਗ ਜੀ। ਕਿਉਂ 750 ਕਿਉਂ ਲਾਈ ਤੁਹਾਡੇ ਤੇ? ਚੱਲ ਕਰ ਰਿਹਾ, ਇਹਨਾਂ ਦੀ ਮੈਂ ਹੈਲਪ ਕਰ ਰਿਹਾ ਤਾਂ ਕਰਕੇ ਮੇਰੇ ਤੇ ਐਲੀਗੇਸ਼ਨ ਲਗਾ ਰਿਹਾ ਗਲਤ। ਹਾਂ, ਜਦ ਕਿ ਹਰ ਯਾਨੀ ਕਿ ਰੱਖੜੀ ਦੇ ਤਿਉਹਾਰ ਤੇ ਮੇਰੇ ਰੱਖੜੀ ਬੰਦੀ ਆ, ਕੁੜੀ ਸਾਡੀ ਦਾ ਵਿਆਹ ਕੀਤਾ ਇਹਨੇ, ਯਾਨੀ ਕਿ ਉਹਨਾਂ ਦੇ ਆਉਣ ਜਾਣ, ਜੋ ਮੇਰੀ ਮਾਂ ਨਹੀਂ ਹੈਗੀ, ਮਾਂ ਮੇਰੀ ਇਹ ਆ, ਸਾਰਾ ਕੁਝ ਇਹ ਸਾਡਾ ਦੇਖਭਾਲ ਕਰ ਰਹੀ ਹੈ। ਤੇ ਉਹਦੇ ਵਿਰੋਧ 'ਚ ਯਾਨੀ ਕਿ ਉਹਨਾਂ ਨੂੰ ਇਹ ਆ ਕਿ ਮੁੰਡਾ ਬਾਜ ਨੂੰ ਚੱਕਦਾ ਖਾਲਦਾ ਆ ਕਿ ਇਹਨਾਂ ਦੀ ਜ਼ਮੀਨ ਜਿਹੜੀ ਆ ਮੁੰਡੇ ਰਹਿੰਦੇ ਤੇ ਮੈਨੂੰ ਜ਼ਮੀਨ ਨਾਲ ਸਰ ਕੋਈ ਲਿੰਕ ਨਹੀਂ, ਮੈਨੂੰ ਜ਼ਮੀਨ ਨਹੀਂ ਚਾਹੀਦੀ, ਮੈਂ ਜ਼ਮੀਨ ਦਾ ਭੁੱਖਾ ਨਹੀਂ ਆ। ਮੇਰੇ 2 ਹੱਥ ਪੈਰ ਸਲਾਮਤ ਹੈਗੇ ਆ, ਮੈਂ ਕੰਮ ਕਰਦਾ, ਮੈਂ ਕਮਾਉਂਦਾ, ਮੈਂ ਖਾਂਦਾ। ਅੱਗੇ ਬਿਮਾਰ ਹੋ ਗਈ ਸੀ, 25000 ਰੁਪਇਆ ਮੈਂ ਯਾਨੀ ਕਿ ਕੋਲੋਂ ਲਾਇਆ, 25000 ਰੁਪਇਆ ਇੱਥੇ। ਠੀਕ ਹੈ ਜੀ। ਕਿੰਨੇ ਚਿਰ ਤੋਂ ਤੁਸੀਂ ਇਹਨਾਂ ਨਾਲ? ਇਹਨਾਂ ਨੂੰ ਮੈਨੂੰ 3 ਸਾਲ ਜਾਂ 5 ਸਾਲ ਕਹਿ ਲਓ ਹੋ ਚੁੱਕੇ ਆ। ਜਦ ਕਿ ਅੱਜ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ, ਕੋਈ ਸਾਡਾ ਯਾਨੀ ਕਿ ਇਸ਼ੂ ਹੈ ਹੀ ਨਹੀਂ ਨਾ ਕੋਲ, ਜਦ ਕਿ ਫਿਰ ਵੀ ਜਾਣ ਕੇ ਐਲੀਗੇਸ਼ਨ ਮੇਰੇ ਕਰ ਰਹੇ। ਕੌਣ ਲਾ ਰਹੇ ਹੋ? ਇਹਨਾਂ ਦੀ ਭਰਜਾਈ ਤੇ ਇਹਨਾਂ ਦਾ ਭਰਾ ਤੇ ਸਣੇ ਚੱਪਾਂ ਇਹਨਾਂ ਗੱਲ ਜਦ ਕਿ ਸਾਡੀ ਕੋਈ ਗੱਲਬਾਤ ਨਹੀਂ ਰਹੀ, ਸਾਡਾ ਕੋਈ ਝਗੜਾ ਨਹੀਂ ਨਾ ਕੋਈ ਆਇਆ, ਕੋਈ ਸ਼ਿਕਾਇਤ ਨਹੀਂ, ਕੋਈ ਗੱਲਬਾਤ ਨਹੀਂ। ਤੁਸੀਂ ਜਿੱਥੇ ਚਾਹੁੰਦੇ ਹੋ ਤੇ ਕਮੇਸ਼ ਇਦਾਂ ਹੀ ਆਨੇ ਮੁੱਖ? ਹਾਂਜੀ ਸਰ, ਜੇ ਮੇਰੇ ਘਰ ਵਾਲੇ ਨਹੀਂ ਹੁੰਦੇ, ਮੇਰੇ ਘਰ ਵਾਲੇ ਨਾਲ ਨਹੀਂ ਕੀਤਾ, ਇਹਨੂੰ ਅਸੀਂ ਆਪਣਾ ਬੇਟਾ ਬਣਾਇਆ। 3 ਸਾਲ ਤੋਂ ਤਾਂ ਸਾਡੇ ਬਿਲਕੁਲ ਫੈਮਿਲੀ ਰਿਲੇਸ਼ਨ ਆ। ਉਸ ਤੋਂ ਪਹਿਲਾਂ ਇਹ ਘਰ ਵਾਲਿਆਂ ਨਾਲ ਕੰਮ ਕਰਦਾ ਸੀ, ਇਹਦੀ ਮਾਂ ਹੈ ਨਹੀਂ ਗੀ। ਇਹਨੇ ਮੈਨੂੰ ਆਪਣੀ ਮਾਂ ਵੀ ਕਹਿੰਦਾ, ਮੈਨੂੰ ਦੀਦੀ ਵੀ ਕਹਿੰਦਾ ਆ। ਸਾਡੇ ਤੇ ਪਿਤਾ ਜੀ ਇਹਨਾਂ ਦੇ ਹੈਗੇ? ਇਹਨਾਂ ਦੇ ਪਿਤਾ ਜੀ ਹੈਗੇ ਆ। ਹਾਂਜੀ, ਤਾਂ ਇਹਦੀ ਮਾਤਾ ਹੈ ਨਹੀਂ ਜੀ ਇਹਦੇ ਘਰ ਦੇ ਵਿੱਚ। ਪਿਤਾ ਜੀ ਆ ਇਹਦੇ, ਤਾਂ ਇਹ ਆ ਤਕਰੀਬਨ ਇਹਦੇ ਇੱਕ ਤਰ੍ਹਾਂ ਸਾਡੇ ਕੋਲ ਹੀ ਰਹਿੰਦਾ ਆ, ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਪੈਂਦਾ। ਹੁਣ ਮੈਂ ਬਿਮਾਰ ਹਾਂ, ਟਾਈਫਾਈਡ ਦੀ ਮਰੀਜ਼ ਹਾਂ, ਮੈਂ 4-5 ਮਹੀਨੇ ਹੋ ਗਏ। ਤੁਸੀਂ ਇੱਥੇ ਕੋਰਟ 'ਚ ਆਏ ਹੋ, ਕੀ ਹਾਂਜੀ। ਮਾਮਲਾ ਤੁਹਾਡਾ ਇੱਥੇ ਚੱਲਦਾ? ਇੱਥੇ ਬਸ ਸਾਡਾ ਲੜਾਈ ਝਗੜੇ ਦਾ ਮਾਮਲਾ। ਇਹ ਮੇਰੇ ਘਰ ਵਾਲੇ ਨੂੰ ਕੁੱਟਮਾਰ ਕੀਤੀ ਆ ਪੁਲਿਸ ਨੇ, ਇਸ ਦੇ ਸੰਬੰਧ ਵਿੱਚ ਇਹਨਾਂ ਚੱਕ ਨਹੀਂ ਸਕਦੇ, ਤਾਂ ਇਹ ਮੈਨੂੰ ਕਾਕਾ ਹੀ ਚੱਕ ਕੇ ਲਿਆਉਂਦਾ ਆ, ਤਾਂ ਇਹਦੇ ਕਰਕੇ ਫਿਰ ਇਹਦੇ ਤੇ ਵੀ ਐਲੀਗੇਸ਼ਨ ਲਾਉਂਦੇ ਆ। ਇਹ ਮੇਰੀ ਹੈਲਪ ਕਰਦਾ ਆ, ਵੀ ਮਤਲਬ ਘਰ ਵਾਲੇ ਨੂੰ ਤਾਂ ਇਹ ਥੋੜੇ ਕੁ ਚਿਰ ਬਾਅਦ ਕਟਵਾ ਦਿੰਦੇ ਆ। ਤੇ ਜੇ ਮੈਨੂੰ ਇਹ ਚੱਕਦਾ ਥਲਦਾ ਮੁੰਡਾ, ਤਾਂ ਇਹ ਕਹਿੰਦੇ ਆ ਵੀ ਹਾਂ ਵੀ ਇਹ ਕਾਹਤੋਂ ਆਉਂਦਾ ਆ। ਤੇ ਇਸ ਕਰਕੇ ਜੋ ਵੀ ਮੇਰੇ ਘਰ ਦੇ ਵਿੱਚ ਜਾਂ ਮੇਰੀ ਕੋਈ ਹੈਲਪ ਕਰਦਾ ਜਾਂ ਕੋਈ ਰਿਸ਼ਤੇਦਾਰ ਦੀ ਤੌਰ ਤੇ। ਇਹ ਗੱਲ ਤੁਸੀਂ SHO ਨੇ ਦੱਸੀ ਉੱਥੇ? ਸਰ ਉਹਨਾਂ ਨੇ ਸਾਡੀ ਸੁਣੀ ਕੋਈ ਨਹੀਂ, ਸਾਡੀ ਉਹਨਾਂ ਨੇ ਕੋਈ ਵੀ ਨਹੀਂ ਸੁਣੀ। ਤੇ ਮੈਂ ਬਥੇਰਾ ਕਿਹਾ, ਮੈਂ ਪਹਿਲਾਂ ਜਦੋਂ ਘਰ ਵੀ ਲੜਾਈ ਹੋਈ ਉਦੋਂ ਵੀ ਆਪਣੇ ਭਰਾ ਨੂੰ ਵੀ ਕਿਹਾ, ਵੀਰ ਜੀ ਮੇਰੀ ਸੁਣੋ, ਸਰਪੰਚ ਨੂੰ ਵੀ ਕਿਹਾ ਮੇਰੀ ਸੁਣੋ। ਉਹਨਾਂ ਨੇ ਘਰ ਤੋਂ ਲੈ ਕੇ ਮੇਰੀ ਉੱਪਰ ਤੱਕ ਕਿਸੇ ਨੇ ਨਹੀਂ ਸੁਣਵਾਈ ਕੀਤੀ। ਤੇ ਦੁਖੀ ਹੋ ਕੇ ਮੈਂ ਇਹ ਕਦਮ ਚੁੱਕਿਆ।